ਭਤੀਜੀਆਂ ਕਹਿੰਦੇ ਹੁੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ। ਭਤੀਜਿਆਂ ਦਾ ਤੇ ਭੂਆ ਦਾ ਰਿਸ਼ਤਾ ਵੀ ਬੜਾ ਗੂੜਾ ਹੁੰਦਾ। ਮੈਨੂੰ ਬਹੁਤ ਇਸ ਚੀਜ਼ ਦਾ ਸੀਗਾ ਕਿ ਸ਼ਾਇਦ ਕਿਤੇ ਇਦਾਂ ਦੀ ਗੱਲ ਨਾ ਹੋਏ ਕਿ ਉਹਨੂੰ ਕੁੜੀ ਨੂੰ ਪਿਆਰ ਘੱਟ ਮਿਲੇ ਜਾਂ ਕਿਵੇਂ, ਪਰ ਉਹਨੇ ਮੈਨੂੰ ਜਿਹੜਾ ਜਵਾਬ ਦਿੱਤਾ ਮੈਨੂੰ ਵਾਕਈ ਸੋਚਣ ਦੇ ਲਈ ਮਜਬੂਰ ਕਰ ਸੁਣ ਲਈਆਂ ਜਾਂ ਸਾਡੀ ਸੋਚ ਇੰਨੀ ਜ਼ਿਆਦਾ ਸੀਗੀ ਕਿ ਅਸੀਂ ਉਹਨਾਂ ਗੱਲਾਂ ਨੂੰ ਅਣਸੁਣਿਆ ਕਰਕੇ ਅਸੀਂ ਆਪਣੀਆਂ ਧੀਆਂ ਨੂੰ ਇੱਜ਼ਤ ਤੇ ਉਹ ਪਿਆਰ ਦੇ ਪਾ ਰਹੇ ਹਾਂ। ਬਿਲਕੁਲ। ਪਰ ਹੁਣ ਜੇ ਅਗਲੀ ਪੀੜ੍ਹੀ ਦੀ ਗੱਲ ਕਰੀਏ ਜਾਂ ਅਗਲੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਸਾਡੀਆਂ ਧੀਆਂ ਨੂੰ ਵੀ ਇਹ ਗੱਲਾਂ ਸੁਣਨੀਆਂ ਪੈਣ। ਅੱਖੀਂ ਵੇਖੇ ਪ੍ਰੂਫ ਵੀ ਨੇ ਸਾਡੇ ਕੋਲ ਬਹੁਤ ਕਿ ਜੇ ਕਿਤੇ ਘਰਾਂ ਦੇ ਵਿੱਚ ਲੜਾਈ ਹੁੰਦੀ ਤੇ ਉਦੋਂ ਔਰਤਾਂ ਤੋਂ ਹੀ ਸ਼ੁਰੂ ਹੁੰਦੀ ਆ ਆਮ ਤੌਰ ਤੇ। ਜਾਂ ਸੱਸ ਨੂੰਹ ਦੀ ਲੜਾਈ ਹੋ ਗਈ ਜਾਂ ਦਰਾਣੀ ਜਠਾਣੀ ਦੀ, ਤੇ ਕਈ ਵਾਰੀ ਦੇਖਿਆ ਗਿਆ ਹੈ ਕਿ ਜਿਹੜੀ ਕੋਈ ਨਵੀਂ ਵਿਆਹੀ ਕੁੜੀ ਆਉਂਦੀ ਆ, ਜਦੋਂ ਸੱਸ ਪਾਣੀ ਵਾਰ ਕੇ ਪੀਂਦੀ ਹੈ ਤੇ ਉਹ ਚਾਅ ਕਰਦੀ ਹੈ, ਸ਼ਗਨ ਕਰਦੀ ਆ ਉਹਦੇ ਨਾ ਕਿ ਆਪਣਾ ਪੁੱਤ ਕਿਸੇ ਨੂੰ ਦੇਣਾ ਵੀ ਬੜੀ ਵੱਡੀ ਇੱਕ ਚੀਜ਼ ਹੁੰਦੀ ਹੈ। ਜਿਹਦਾ ਰੂਪ ਬੇਸ਼ੱਕ ਹੁਣ ਬਦਲ ਗਿਆ ਆ, ਸਗੋਂ ਮੈਨੂੰ ਲੱਗਦਾ ਜਿਹੜੇ ਪਹਿਲੇ ਜ਼ਮਾਨੇ ਦੇ ਵਿੱਚ ਦਾਜ ਹੁੰਦਾ ਸੀਗਾ ਨਾ, ਉਹ ਕੰਮ ਵੀ ਆਉਂਦਾ ਸੀ ਧੀਆਂ ਦੇ, ਹਨਾ। ਤੇ ਪਰ ਜਿਹੜਾ ਅੱਜ ਕੱਲ ਦਾ ਨਵਾਂ ਟ੍ਰੈਂਡਿੰਗ ਦਾਜ ਸ਼ੁਰੂ ਹੋਇਆ ਆ, ਅੱਜ ਕੱਲ ਲੋਕੀ ਸਾਫ਼ ਹੀ ਕਹਿ ਦਿੰਦੇ ਨੇ ਕਿ ਤੁਸੀਂ ਸਮਾਨ ਰਹਿਣ ਦਿਓ, ਤੁਸੀਂ ਕੈਸ਼ ਦੇ ਦਿਓ। ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਹਰਜੀਤ ਤੇ ਮੇਰੇ ਨਾਲ ਜਸਪ੍ਰੀਤ ਪੰਜਾਬੀ ਵਾਈਬਸ ਤੋਂ ਅਗਲਾ ਪੋਡਕਾਸਟ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਸਭ ਤੋਂ ਪਹਿਲਾਂ ਤੇ ਖਾਸ ਧੰਨਵਾਦ ਕਰਨਾ ਚਾਹਾਂਗੇ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਡੇ ਹਰ ਵਿਸ਼ੇ ਨੂੰ ਕਬੂਲਿਆ ਤੇ ਬਹੁਤ ਸਾਰੇ ਸਾਨੂੰ ਸੁਝਾਅ ਵੀ ਆਏ ਤੇ ਸਾਡਾ ਹੌਸਲਾ ਵਧਾਉਣ ਦੇ ਲਈ ਜਿਹੜੇ ਤੁਹਾਡੇ ਸੰਦੇਸ਼ ਨੇ ਉਹਨਾਂ ਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਅੱਜ ਦਾ ਜਿਹੜਾ ਵਿਸ਼ਾ ਹੈ ਇਹ ਵੀ ਸਾਨੂੰ ਦੋ ਜਣਿਆਂ ਦੇ ਵੱਲੋਂ ਸੁਝਾਇਆ ਗਿਆ। ਜਸਪ੍ਰੀਤ, ਤੁਹਾਨੂੰ ਸੰਦੇਸ਼ ਪਹੁੰਚਿਆ ਸੀ, ਇੱਕ ਮੇਰੇ ਕੋਲ ਆਇਆ ਸੀ ਹਰਜੋਤ ਹੋਰਾਂ ਦਾ ਜੀ, ਇੱਕ ਆਕਾਸ਼ਦੀਪ ਸਿੰਘ ਨੇ ਤਰੰਗੇ ਤੋਂ ਜੀ, ਉਹਨਾਂ ਨੇ ਇਹ ਸੁਝਾਅ ਦਿੱਤਾ ਸੀਗਾ ਕਿ ਇਸ ਵਿਸ਼ੇ ਤੇ ਜ਼ਰੂਰ ਗੱਲ ਕੀਤੀ ਜਾਵੇ ਜੋ ਅਸੀਂ ਗੱਲ ਕਰਨ ਜਾ ਰਹੇ ਹਾਂ। ਅੱਜ ਦਾ ਵਿਸ਼ਾ ਜੋ ਹੈ ਉਹ ਹੈ ਚੰਗੀ ਚੀਜ਼। ਘਰਾਂ ਦੇ ਵਿੱਚ ਚੰਗੀ ਚੀਜ਼ ਹੋਣੀ ਬਹੁਤ ਲਾਜ਼ਮੀ ਹੈ। ਬਿਲਕੁਲ, ਚੰਗੀ ਚੀਜ਼। ਹੁਣ ਸਾਡੇ ਦੇਖਣ ਸੁਣਨ ਵਾਲੇ ਜਿਹੜੇ ਨੇ ਉਹ ਆਪਣੇ ਆਪਣੇ ਮਾਇਨੇ ਜ਼ਰੂਰ ਕੱਢਣਗੇ ਚੰਗੀ ਚੀਜ਼ ਦੇ, ਕਿਉਂਕਿ ਚੰਗੀਆਂ ਚੀਜ਼ਾਂ ਵਾਕਈ ਘਰਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਘਰਾਂ ਦੇ ਵਿੱਚ ਹਰ ਚੀਜ਼ ਸਾਨੂੰ ਚੰਗੀ ਚਾਹੀਦੀ ਹੈ, ਪਰ ਸਾਡੀ ਗੱਲਬਾਤ ਤੋਂ ਤੁਸੀਂ ਅੰਦਾਜ਼ਾ ਲਗਾਓਗੇ ਕਿ ਅਸੀਂ ਕਿਹੜੀ ਚੰਗੀ ਚੀਜ਼ ਦੀ ਗੱਲ ਕਰ ਰਹੇ ਹਾਂ। ਮੈਂ ਸ਼ੁਰੂਆਤ ਕਰਦੀ ਹਾਂ ਜਸਪ੍ਰੀਤ। ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀ, ਪਿੱਛੇ ਜੇ 2 ਮਹੀਨੇ ਪਹਿਲਾਂ ਦੀ ਗੱਲ ਆ, ਮੇਰੇ ਭਤੀਜੀ ਦਾ ਜਨਮ ਹੋਇਆ ਘਰੇ। ਸੋ ਮੈਂ ਬ੍ਰਦਰ ਨੂੰ ਫੋਨ ਕੀਤਾ। ਉਹਨਾਂ ਦੇ ਪਹਿਲਾਂ ਵੀ ਇੱਕ ਬੇਟੀ ਸੀ ਤੇ ਹੁਣ ਦੂਸਰੀ ਬੇਟੀ ਹੋਈ। ਉਹਨਾਂ ਨੂੰ ਜਦੋਂ ਮੈਂ ਫੋਨ ਕਰਕੇ ਵਧਾਈ ਦਿੱਤੀ ਤੇ ਮੈਨੂੰ ਅੱਗੋਂ ਜਵਾਬ ਆਇਆ ਕਿ ਤੁਹਾਨੂੰ ਵੀ ਵਧਾਈਆਂ। ਪਰ ਉਹ ਬੜਾ ਮੱਠਾ ਜਿਹਾ ਜਵਾਬ ਸੀਗਾ ਕਿ ਇੰਨਾ ਇੱਕ ਹੁੰਦਾ ਨਾ ਕਿ ਜਦੋਂ ਤੁਹਾਨੂੰ ਕੋਈ ਨਵਾਂ ਜੀ ਆਇਆ, ਤੁਹਾਨੂੰ ਬੜੀ ਖੁਸ਼ੀ ਹੋਈ ਤੇ ਤੁਸੀਂ ਬੜੇ ਉਤਸ਼ਾਹ ਦੇ ਨਾਲ ਕਿ ਤੁਹਾਨੂੰ ਵੀ ਮੁਬਾਰਕਾਂ ਜਾਂ ਤੁਹਾਨੂੰ ਵੀ ਵਧਾਈਆਂ ਕਹਿੰਦੇ ਹੋ, ਤੇ ਮੈਨੂੰ ਕਿਤੇ ਨਾ ਕਿਤੇ ਮੇਰੇ ਦਿਲ ਦੇ ਵਿੱਚ ਇਹ ਗੱਲ ਜਿਹੜੀ ਉਹ ਬਹੁਤ ਗੁੱਝੀ ਜਿਹੀ ਰਹੀ ਨਾ ਕਾਫੀ ਦਿਨਾਂ ਤੱਕ, ਤੇ ਮੈਨੂੰ ਬੜਾ ਮਹਿਸੂਸ ਹੋਇਆ। ਥੋੜੇ ਦਿਨਾਂ ਬਾਅਦ, ਜਦੋਂ ਮਹੀਨੇ ਕੁ ਬਾਅਦ, ਉਹਨੇ ਮੈਨੂੰ ਰੋਜ਼ ਫੋਟੋ ਭੇਜਿਆ ਕਰਨੀ ਬੱਚੇ ਦੀ, ਤੇ ਓਬਵੀਅਸਲੀ ਜਦੋਂ ਬੱਚੇ ਜਿਵੇਂ ਜਿਵੇਂ ਹੁੰਗਾਰੇ ਭਰਦੇ ਨੇ ਤੁਹਾਡੀਆਂ ਗੱਲਾਂ 'ਚ, ਕਿੰਨੇ ਪਿਆਰੇ ਲੱਗਦੇ ਨੇ। ਉਹਨੇ ਜਦੋਂ ਇੱਕ ਦਿਨ ਮੈਨੂੰ ਫੋਟੋ ਭੇਜੀ, ਮੇਰੀ ਫੋਨ ਤੇ ਗੱਲ ਹੋਈ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿ ਮੈਂ ਜਦੋਂ ਵਧਾਈ ਦਿੱਤੀ ਸੀ ਤੇ ਵੀ ਮੈਨੂੰ ਰਿਸਪੌਂਸ ਜਿਹੜਾ ਉਹ ਇੰਨਾ ਪੋਜ਼ਿਟਿਵ ਨਹੀਂ ਸੀ ਲੱਗਿਆ ਨਾ, ਵੀ ਉਹਦਾ ਕੀ ਕਾਰਨ ਸੀ। ਮੈਨੂੰ ਬੜਾ ਫਿਕਰ ਸੀ ਕਿ ਫਿਰ ਵੀ ਤੁਹਾਨੂੰ ਭੈਣਾਂ ਭਰਾਵਾਂ ਦਾ ਖਿੱਚ ਵੀ ਬਹੁਤ ਹੁੰਦੀ ਹੈ, ਇੱਕ ਰਿਸ਼ਤਾ ਵੀ ਅਜਿਹਾ ਹੁੰਦਾ ਨਾ। ਤੇ ਭਤੀਜੀਆਂ ਕਹਿੰਦੇ ਹੁੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ। ਭਤੀਜਿਆਂ ਦਾ ਤੇ ਭੂਆ ਦਾ ਰਿਸ਼ਤਾ ਵੀ ਬੜਾ ਗੂੜਾ ਹੁੰਦਾ। ਮੈਨੂੰ ਬਹੁਤ ਇਸ ਚੀਜ਼ ਦਾ ਸੀਗਾ ਕਿ ਸ਼ਾਇਦ ਕਿਤੇ ਇਦਾਂ ਦੀ ਗੱਲ ਨਾ ਹੋਏ ਕਿ ਉਹਨੂੰ ਕੁੜੀ ਨੂੰ ਪਿਆਰ ਘੱਟ ਮਿਲੇ ਜਾਂ ਕਿਵੇਂ, ਪਰ ਉਹਨੇ ਮੈਨੂੰ ਜਿਹੜਾ ਜਵਾਬ ਦਿੱਤਾ ਮੈਨੂੰ ਵਾਕਈ ਸੋਚਣ ਦੇ ਲਈ ਮਜਬੂਰ ਕਰ ਗਿਆ। ਮੈਨੂੰ ਕਹਿੰਦਾ ਕਿ ਪਹਿਲਾਂ ਤੇ ਮੈਨੂੰ ਜ਼ਰੂਰ ਇੱਕ ਵਾਰੀ ਮਹਿਸੂਸ ਹੋਇਆ, ਕਿਉਂਕਿ ਜਦੋਂ ਤੋਂ ਇਹ ਸਮਾਂ ਸ਼ੁਰੂ ਹੋਇਆ ਸ਼ਾਇਦ ਰਿਸ਼ਤੇਦਾਰਾਂ ਨੇ, ਸਾਰੇ ਪਰਿਵਾਰ ਨੇ, ਸਾਰਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਜਦੋਂ ਪਹਿਲੀ ਕੁੜੀ ਹੁੰਦੀ ਆ, ਕਿ ਹਨੇਰੀ ਆਈ ਤੇ ਮੀਂਹ ਵੀ ਆਏਗਾ। ਤੇ ਦੂਸਰੀ ਵਾਰ ਜਦੋਂ ਕੋਈ ਇਦਾਂ ਐਕਸਪੈਕਟਡ ਹੁੰਦਾ ਤੇ ਉਹਨੂੰ ਆਮ ਹੀ ਕਿਹਾ ਜਾਂਦਾ ਹੈ ਪਿੰਡਾਂ ਦੇ ਵਿੱਚ, ਖਾਸ ਕਰਕੇ ਹਰ ਆਸੇ ਪਾਸੇ ਵਾਲੇ ਨੇ ਕਹਿਣਾ ਕਿ ਚਲੋ ਇਸ ਵਾਰੀ ਤੁਹਾਨੂੰ ਚੰਗੀ ਚੀਜ਼ ਹੀ ਮਿਲੇ। ਸੋ ਇਹ ਚੰਗੀ ਚੀਜ਼। ਤੇ ਪਰ ਉਹਨੇ ਮੈਨੂੰ ਇਹ ਜਵਾਬ ਦਿੱਤਾ ਕਿ ਨਹੀਂ, ਹੁਣ ਤੇ ਮੈਨੂੰ ਬਹੁਤ ਪਿਆਰੀ ਲੱਗਦੀ ਆ। ਸੋ ਬੱਚੇ ਤੁਹਾਡਾ ਖੂਨ ਹੁੰਦਾ ਆ, ਤੁਹਾਨੂੰ ਪਿਆਰੇ ਲੱਗਦੇ ਨੇ, ਕੁੜੀ ਹੋਵੇ ਭਾਵੇਂ ਮੁੰਡਾ, ਦੋਵੇਂ ਬਰਾਬਰ ਹੀ ਹੁੰਦੇ ਨੇ, ਕੁਦਰਤ ਦੀਆਂ ਦਾਤਾਂ ਹੁੰਦੀਆਂ ਨੇ। ਸੋ ਇਹ ਜਦੋਂ ਅਸੀਂ ਗੱਲਾਂ ਜੋੜਦੇ ਹਾਂ ਫਿਰ ਇੱਕ ਇੱਕ ਕਰਕੇ ਮੈਨੂੰ ਲੱਗਦਾ ਬਹੁਤ ਸਾਰੇ ਕਿੱਸੇ ਕਹਾਣੀਆਂ ਜੁੜਦੇ ਨੇ ਇਹਨਾਂ ਦੇ ਨਾਲ। ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਨਾ ਆਪਣਾ ਸਮਾਂ ਯਾਦ ਆ ਗਿਆ। ਜਦੋਂ ਮੇਰੀ ਛੋਟੀ ਬੇਟੀ ਹੋਣ ਵਾਲੀ ਸੀਗੀ ਨਾ, ਉਦੋਂ ਅਸੀਂ ਪੰਜਾਬ ਗਏ ਹੋਏ ਸੀਗੇ, ਮੇਰੇ ਛੋਟੇ ਦਿਓਰ ਦਾ ਵਿਆਹ ਸੀ। ਤੇ ਜਿੱਦਾਂ ਆਪਣੇ ਨਾ ਪੰਜਾਬ ਚ, ਇੰਡੀਆ ਦੇ ਵਿੱਚ ਇਹ ਹੈਗਾ ਕਿ ਆਪਾਂ ਨਿੱਕੀ ਨਿੱਕੀ ਗੱਲ ਤੇ ਹਸਪਤਾਲਾਂ ਚ ਨਹੀਂ ਜਾਂਦੇ ਹੈਗੇ। ਆਪਣੇ ਪਿੰਡਾਂ ਚ, ਕਸਬਿਆਂ ਚ ਨਾ ਬੀਬੀਆਂ ਹੁੰਦੀਆਂ ਨੇ,
ਦਾਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬਹੁਤ ਨੌਲੇਜ ਹੁੰਦੀ ਹੈ, ਐਕਸਪੀਰੀਅੰਸ ਤਜਰਬਾ ਬੜਾ ਹੁੰਦਾ ਹੈ ਨਾ ਉਹਨਾਂ ਨੂੰ। ਤੇ ਐਦਾਂ ਹੀ ਸਾਡੇ ਘਰੇ ਇੱਕ ਬੀਬੀ ਆਈ ਤੇ ਉਹਨੇ ਮੈਨੂੰ ਦੇਖ ਕੇ ਹੀ ਕਹਿਤਾ, ਕਹਿੰਦੀ ਧੀਏ ਤੇਰੇ ਤਾਂ ਐਤਕੀ ਪੁੱਤ ਨੇ ਹੋਣਾ ਆ। ਮੈਂ ਕਿਹਾ ਅੱਛਾ ਜੀ। ਤੇ ਉਦੋਂ ਤੱਕ ਸਾਡਾ ਇੱਧਰ ਵੀ ਅਸੀਂ ਕੁਝ ਮਤਲਬ ਵੈਸੇ ਬਾਹਰਲੇ ਦੇਸ਼ਾਂ 'ਚ ਪਤਾ ਲੱਗ ਜਾਂਦਾ ਹੈ ਨਾ, ਪਰ ਅਸੀਂ ਐਸਾ ਕੋਈ ਟੈਸਟ ਨਹੀਂ ਸੀ ਕਰਵਾਇਆ। ਤੇ ਮੈਂ ਕਿਹਾ ਚਲੋ ਬੀਬੀ ਠੀਕ ਆ, ਮੈਂ ਤੇ ਇਹੀ ਕਹਿਣਾ ਸੀ ਮੂਹਰਿਓਂ। ਤੇ ਜਦੋਂ ਮੇਰੇ ਦੂਜੀ ਵਾਰੀ ਧੀ ਹੋਈ, ਮੈਂ ਸਗੋਂ ਆਪਣੇ ਮੰਮੀ ਨੂੰ, ਮੇਰੇ ਮਦਰ ਇਨ ਲਾ ਨੂੰ, ਉਹਨਾਂ ਨੂੰ ਹੱਸਾਂ। ਮੈਂ ਕਿਹਾ ਹੁਣ ਤੁਸੀਂ ਉਹ ਬੀਬੀ ਫੜ ਕੇ ਲੈ ਆਓ। ਮੈਂ ਕਿਹਾ ਜਿਹਨੇ ਇਹ ਗੱਲ ਕਹੀ ਸੀਗੀ ਨਾ ਕਿ ਤੇਰੇ ਇਸ ਵਾਰੀ ਪੁੱਤ ਹੋਣਾ, ਜਿਹਨੇ ਦੇਖ ਕੇ ਇਹ ਗੱਲ ਕਹਿਤੀ ਸੀ। ਬਿਲਕੁਲ, ਅਸੀਂ ਸਾਰੇ ਇੱਥੇ ਸਹਿਮਤ ਹੋਵਾਂਗੇ। ਵੈਸੇ ਬਹੁਤ ਰਿਸਪੈਕਟਡ ਹੁੰਦੀਆਂ ਨੇ ਦਾਈਆਂ, ਬੜਾ ਤਜਰਬਾ ਹੁੰਦਾ ਉਹਨਾਂ ਦਾ। ਮੈਨੂੰ ਯਾਦ ਹੈ ਜਸਪ੍ਰੀਤ ਤੋਂ ਜਦੋਂ ਐਕਸਪੈਕਟਡ ਕੋਈ ਮਾਮ ਤੁਰੀ ਆਉਂਦੀ ਹੈ ਤੇ ਉਹਦੀ ਤੋਰ ਵੇਖ ਕੇ ਦੱਸ ਦਿੰਦੀਆਂ ਨੇ ਕਿ ਇਹਦੇ ਕੁੜੀ ਹੋਣੀ ਹੈ ਕਿ ਮੁੰਡਾ। ਤੁਹਾਨੂੰ ਯਾਦ ਹੋਣਾ ਜਦੋਂ ਛੋਟਾ ਹੁੰਦਾ ਬੱਚਾ, ਉਹਦੇ ਵਾਲ ਥੋੜੇ ਥੋੜੇ ਆਏ ਹੁੰਦੇ ਨੇ, ਉਹ ਜਦੋਂ ਬੱਚਾ ਛੋਟਾ ਹੀ ਹੁੰਦਾ ਉਦੋਂ ਹੀ ਉਹਦੇ ਪਰਿਵਾਰ ਦੇ ਸਾਰੇ ਜੀ ਉਹਦੇ ਪਿੱਛੇ ਵਾਲਾਂ ਦੀ ਜਿਹੜਾ ਚੱਕਰ ਜਿਹਾ ਬਣਿਆ ਹੁੰਦਾ, ਉਹ ਵੇਖ ਕੇ ਵੀ ਦੱਸ ਦਿੰਦੇ ਨੇ ਕਿ ਇਹ ਤੋਂ ਬਾਅਦ ਕੀ ਹੋਣਾ ਹੈ, ਤੁਹਾਡੇ ਮੁੰਡਾ ਹੋਣਾ ਕਿ ਕੁੜੀ ਹੋਣੀ ਹੈ। ਸੋ ਇਹ ਸਾਡੇ ਸਾਰਿਆਂ ਦੇ ਤਜਰਬੇ ਬਹੁਤ ਨੇ, ਪਰ ਅਸੀਂ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ, ਵਿਸਾਰ ਦਿੰਦੇ ਹਾਂ ਕਿ ਇਹ ਕੁਦਰਤ ਦੀਆਂ ਦਾਤਾਂ ਨੇ। ਬਿਲਕੁਲ। ਤੇ ਪਤਾ ਮੈਨੂੰ ਇਸ ਪਰ ਸੁਣ ਕੇ, ਇਹ ਦੇਖ ਕੇ ਨਾ ਇੱਕ ਜਗ੍ਹਾ ਤੇ ਦੁੱਖ ਵੀ ਬਹੁਤ ਲੱਗਦਾ ਆ। ਜਿਵੇਂ ਐਦਾਂ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਚੰਗੀ ਚੀਜ਼ ਦੇ ਵੀ, ਜਦੋਂ ਘਰਾਂ ਦੇ ਵਿੱਚ ਕਿਸੇ ਮਤਲਬ ਆਂਟੀ ਨੇ ਆਉਣਾ ਜਾਂ ਕਿਸੇ ਬੀਬੀ ਨੇ ਆਉਣਾ ਨਾ, ਉਹਨੇ ਸਹਿਜ ਸੁਭਾਅ ਗੱਲ ਕਹਿ ਦੇਣੀ ਕਿ ਬੇਟਾ ਤੇਰੇ ਪਹਿਲਾਂ ਧੀ ਆ ਨਾ, ਰੱਬ ਤੈਨੂੰ ਇਸ ਵਾਰੀ ਚੰਗੀ ਚੀਜ਼ ਦਊਗਾ। ਤੇ ਭਾਵੇਂ ਆਪਾਂ ਉੱਥੇ ਉਹਨਾਂ ਨੂੰ ਕੋਈ ਜਵਾਬ ਤਾਂ ਨਹੀਂ ਦਿੰਦੇ ਹੈਗੇ, ਪਰ ਮੇਰੇ ਮਨ ਨੂੰ ਬੜਾ ਦੁੱਖ ਲੱਗਣਾ ਹੈ ਕਿ ਕਿਵੇਂ ਇੱਕ ਔਰਤ ਹੀ ਹੈ ਜਿਹੜੀ ਆਪਣੇ ਆਪ ਨੂੰ ਚੰਗੀ ਚੀਜ਼ ਨਹੀਂ ਸਮਝ ਰਹੀ, ਹਨਾ। ਕਿਵੇਂ ਉਹ ਆਪਣਾ ਮਨ ਕਿਵੇਂ ਵੱਡਾ ਕਰ ਲੈਂਦੀਆਂ ਨੇ ਕਿ ਜਿਹੜਾ ਕਹਿ ਦਿੰਦੀਆਂ ਨੇ ਕਿ ਜਿਹੜੀ ਧੀ ਆ ਚੰਗੀ ਚੀਜ਼ ਦੇਵੇ, ਦਾ ਮਤਲਬ ਇਹੀ ਹੈ ਕਿ ਧੀ ਜਿਹੜੀ ਉਹ ਚੰਗੀ ਚੀਜ਼ ਨਹੀਂ ਹੈਗੀ। ਤੇ ਬੜਾ ਆਪਣੇ ਆਪ ਨੂੰ ਸੋਚ ਕੇ ਹੋਣਾ ਕਿ ਰੱਬਾ ਇਹ ਕਿਹੜੀਆਂ ਖੇਡਾਂ ਨੇ ਨਾ, ਕਿ ਸਾਡੇ ਲਈ ਤਾਂ ਦੋਵੇਂ ਬਰਾਬਰ ਨੇ, ਤੇ ਚੰਗੀਆਂ ਹੋਣ ਭਾਵੇਂ ਮਾੜੀਆਂ ਹੋਣ, ਭਾਵੇਂ ਪੁੱਤ ਹੋਣ ਭਾਵੇਂ ਧੀ ਹੋਵੇ, ਮਾੜਾ ਕੋਈ ਨਹੀਂ ਹੁੰਦਾ ਹੈਗਾ। ਸਾਡੇ ਲਈ ਦੋਵੇਂ ਬਰਾਬਰ ਨੇ, ਦੋਵੇਂ ਹੀ ਚੰਗੇ ਨੇ, ਦੋਵੇਂ ਹੀ ਚੰਗੇ ਚੀਜ਼ਾਂ ਨੇ ਸਾਡੇ ਲਈ। ਤਾਂ ਇਹ ਬਿਲਕੁਲ ਦਰੁਸਤ ਤੁਹਾਡੀ ਗੱਲ ਜਿਹੜੀ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਅਸੀਂ ਬਹੁਤ ਵਾਰ ਕਿਤਾਬਾਂ 'ਚ ਵੀ ਪੜ੍ਹਿਆ, ਇਹਦੀਆਂ ਅਸੀਂ ਅੱਖੀਂ ਵੇਖੇ ਪ੍ਰੂਫ ਵੀ ਨੇ ਸਾਡੇ ਕੋਲ ਬਹੁਤ, ਕਿ ਜੇ ਕਿਤੇ ਘਰਾਂ ਦੇ ਵਿੱਚ ਲੜਾਈ ਹੁੰਦੀ ਤੇ ਉਦੋਂ ਔਰਤਾਂ ਤੋਂ ਹੀ ਸ਼ੁਰੂ ਹੁੰਦੀ ਆ ਆਮ ਤੌਰ ਤੇ। ਜਾਂ ਸੱਸ ਨੂੰਹ ਦੀ ਲੜਾਈ ਹੋ ਗਈ ਜਾਂ ਦਰਾਣੀ ਜਠਾਣੀ ਦੀ। ਤੇ ਕਈ ਵਾਰੀ ਦੇਖਿਆ ਗਿਆ ਹੈ ਕਿ ਜਿਹੜੀ ਕੋਈ ਨਵੀਂ ਵਿਆਹੀ ਕੁੜੀ ਆਉਂਦੀ ਆ, ਜਦੋਂ ਸੱਸ ਪਾਣੀ ਵਾਰ ਕੇ ਪੀਂਦੀ ਹੈ ਤੇ ਉਹ ਚਾਅ ਕਰਦੀ ਹੈ, ਸ਼ਗਨ ਕਰਦੀ ਆ ਉਹਦੇ ਨਾ, ਕਿ ਆਪਣਾ ਪੁੱਤ ਕਿਸੇ ਨੂੰ ਦੇਣਾ ਵੀ ਬੜੀ ਵੱਡੀ ਇੱਕ ਚੀਜ਼ ਹੁੰਦੀ ਆ। ਉਹਦੇ ਤੇ ਉਹਨਾਂ ਨੇ ਸਤਿਕਾਰ ਕਰਦੀਆਂ ਨੇ ਨੂੰਹਾਂ ਵੀ ਆਪਣੀ ਸੱਸ ਦਾ, ਕਿ ਹਾਂ ਇਹ ਮੇਰੇ ਘਰ ਵਾਲੇ ਦੀ ਮਾਂ ਆ। ਪਰ ਬਾਅਦ ਦੇ ਵਿੱਚ ਕੁਝ ਇਦਾਂ ਦੇ ਮਨ ਮੁਟਾਵ ਹੋ ਜਾਣੇ। ਮੇਰੇ ਖਿਆਲ ਸਾਰਿਆਂ ਦਾ ਇਸ ਦੇ ਵਿੱਚ ਇੱਥੇ ਕਸੂਰ ਆ ਜਾਂਦਾ। ਜਿੱਥੋਂ ਤੱਕ ਔਰਤ ਦੀ ਦੁਸ਼ਮਣ ਵਾਲੀ ਗੱਲ ਹੈ, ਮੈਨੂੰ ਲੱਗਦਾ ਕਿ ਕਈ ਵਾਰ ਔਰਤ ਨਾ ਚਾਹੁੰਦਿਆਂ ਹੋਇਆਂ ਵੀ ਦੁਸ਼ਮਣ ਹੋ ਜਾਂਦੀ ਆ। ਸੋ ਬਹੁਤ ਸਾਰੀਆਂ ਸਿਚੁਏਸ਼ਨਸ ਇਦਾਂ ਹੋ ਜਾਂਦੀਆਂ। ਪਰ ਇੱਕ ਘਰ ਦੇ ਵਿੱਚ ਜਿੰਨਾ ਮੁੰਡੇ ਦਾ ਹੋਣਾ ਜ਼ਰੂਰੀ ਹੈ, ਉਹਨਾਂ ਕੁੜੀਆਂ ਦਾ ਹੋਣਾ ਵੀ ਜ਼ਰੂਰੀ ਆ। ਤੇ ਮੇਰੇ ਖਿਆਲ ਜੇ ਕਿਸੇ ਦੇ 2 ਕੁੜੀਆਂ ਵੀ ਨੇ ਜਾਂ 2 ਮੁੰਡੇ ਵੀ ਨੇ, ਉਹਦੇ ਨਾਲ ਵੀ ਫਰਕ ਨਹੀਂ ਪੈਂਦਾ। ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਹਾਂ, ਬੇਟਾ ਹੋਇਆ ਤੇ ਮੇਰਾ ਨਿੱਜੀ ਤਜਰਬੇ ਚੋਂ ਆ ਕਿ ਸਾਰਿਆਂ ਨੇ ਪਰਿਵਾਰ ਦੇ ਵਿੱਚੋਂ ਆ ਕੇ ਮੈਨੂੰ ਕਲੀਅਰਲੀ ਇਹ ਗੱਲ ਕਹੀ ਕਿ ਚੱਲ ਹੁਣ ਤੈਨੂੰ ਕੋਈ ਟੈਨਸ਼ਨ ਨਹੀਂ। ਸੋ ਕਹਿਣ ਦਾ ਮਤਲਬ ਕਿ ਤੁਹਾਡੇ ਪਹਿਲਾ ਬੇਟਾ ਹੋ ਗਿਆ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਕਿ ਹੁਣ ਜੋ ਮਰਜ਼ੀ ਹੋਏ ਨਾ। ਅਸੀਂ ਮੇਰੇ ਦਿਓਰ ਦੀ ਬੇਟੀ ਅਸੀਂ ਅਡਾਪਟ ਕੀਤੀ ਹੋਈ ਆ, ਅਸੀਂ ਉਹਨੂੰ ਲੈ ਕੇ ਵੀ ਆਏ। ਉਸ ਤੋਂ ਬਾਅਦ ਉਹਦੇ ਚਲੋ ਜਿਨ੍ਹਾਂ ਨੇ ਢਿੱਡੋਂ ਜਾਏ ਹੁੰਦੇ ਉਹ ਵੀ ਬੱਚਿਆਂ ਨੂੰ ਕੋਲ ਰੱਖਣਾ ਚਾਹੁੰਦੇ ਹੋ, ਅੱਜ ਕੱਲ੍ਹ ਇੰਡੀਆ ਆ। ਪਰ ਅਸੀਂ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਇਕੱਲੇ ਮੁੰਡੇ ਹੋਣਾ ਘਰ ਦੇ ਵਿੱਚ ਤੁਹਾਡੀ ਉਨੀ ਰੌਣਕ ਨਹੀਂ ਹੁੰਦੀ, ਕੁੜੀਆਂ ਦਾ ਹੋਣਾ ਜ਼ਰੂਰੀ ਆ। ਬਿਲਕੁਲ ਜ਼ਰੂਰੀ ਹੈ। ਸੋ ਜਿੰਨਾ ਮੁੰਡਾ ਹੋਣਾ ਜ਼ਰੂਰੀ ਆ, ਉਹਨਾਂ ਕੁੜੀ ਵੀ ਹੋਣਾ ਜ਼ਰੂਰੀ ਆ। ਜੇ ਮੁੰਡੇ ਨੂੰ ਅਸੀਂ ਚੰਗੀ ਚੀਜ਼ ਮੰਨਦੇ ਆ ਤੇ ਕੁੜੀ ਨੂੰ ਕਿਉਂ ਨਹੀਂ ਮੰਨਦੇ? ਜਿਵੇਂ ਤੁਸੀਂ ਕਿਹਾ ਨਾ ਕਿ ਘਰ ਦੇ ਵਿੱਚ ਮੁੰਡਾ ਜਿੰਨਾ ਜ਼ਰੂਰੀ ਆ, ਉਨੀ ਧੀ ਹੋਣੀ ਵੀ ਜ਼ਰੂਰੀ ਆ। ਪਰ ਮੈਨੂੰ ਲੱਗਦਾ ਹੁੰਦਾ ਕਿ ਕਿਤੇ ਕਿਤੇ ਆਪਾਂ ਇਸ ਨੂੰ ਦੂਸਰੇ ਪਾਸੇ ਜੇ ਲੈ ਕੇ ਜਾਈਏ, ਤੇ ਜੇ ਘਰ ਦੇ ਵਿੱਚ ਇਕੱਲੇ 2 ਪੁੱਤ ਨੇ ਜਾਂ ਇਕੱਲੀਆਂ 2 ਧੀਆਂ ਨੇ, ਤਾਂ ਮੇਰੇ ਖਿਆਲ ਨਾਲ ਉਹ ਵੀ ਕੋਈ ਗਲਤ ਨਹੀਂ ਹੈਗਾ, ਕੋਈ ਮਾੜਾ ਨਹੀਂ ਹੈਗਾ। ਐਸਾ ਕੋਈ ਜ਼ਰੂਰੀ ਵੀ ਨਹੀਂ ਹੈਗਾ ਕਿ ਪੁੱਤ ਤੇ ਧੀ ਦਾ ਦੋਵਾਂ ਦਾ ਹੋਣਾ ਹੀ ਲਾਜ਼ਮੀ ਆ ਘਰ ਦੇ ਵਿੱਚ, ਹੈ ਨਾ। ਜੇ ਤੁਹਾਡੇ ਜਿਵੇਂ ਅੱਜ ਕੱਲ ਦਾ ਤੁਸੀਂ ਮਾਹੌਲ ਦੇਖਦੇ ਹੋ, ਮਹਿੰਗਾਈ ਕਿੰਨੀ ਜ਼ਿਆਦਾ ਵਧੀ ਹੋਈ ਆ। ਸਬਜ਼ੀਆਂ ਲੈਣ ਜਾਈਏ ਤੇ ਗੋਭੀ ਦਾ ਇੱਕ ਜਿਹੜਾ ਫੁੱਲ ਹੈ ਉਹ ਵੀ ਕਈ ਵਾਰੀ $10-12 ਨੂੰ ਲੱਗਿਆ ਹੁੰਦਾ, ਹੈ ਨਾ। ਤੇ ਹੁਣ ਜੇ ਆਪਾਂ ਸੋਚੀਏ ਕਿ 2 ਬੱਚੀਆਂ ਧੀਆਂ ਹੋ ਗਈਆਂ ਤੇ ਜੇ ਪੁੱਤ ਦੇ ਲਾਲਚ ਨੂੰ ਤੀਜੀ ਧੀ ਹੋ ਜਾਵੇ, ਤੇ ਅਸੀਂ ਕਿੱਥੇ ਤੱਕ ਪਰਿਵਾਰ ਵਧਾਈ ਜਾਵਾਂਗੇ, ਹੈ ਨਾ। ਸੋ ਜੇ ਧੀਆਂ 2 ਨੇ ਜਾਂ ਪੁੱਤ 2 ਨੇ,
ਤੇ ਮੇਰੇ ਖਿਆਲ ਨਾਲ ਦੋਵੇਂ ਹੀ ਚੰਗੇ ਨੇ। ਸੋ ਐਵੇਂ ਇਸ ਸੋਚ ਨੂੰ ਸਿਰਫ ਦਿਮਾਗਾਂ ਚੋਂ ਕੱਢਣ ਦੀ ਲੋੜ ਹੈ ਕਿ ਧੀ ਜਾਂ ਪੁੱਤ ਹੋਣਾ ਦੋਵੇਂ ਹੀ ਲਾਜ਼ਮੀ ਨੇ ਘਰਾਂ ਦੇ ਵਿੱਚ ਵੀ। ਬਿਲਕੁਲ। ਵੈਸੇ ਵੀ ਜਦੋਂ ਮੁੰਡਿਆਂ ਕੁੜੀਆਂ ਦੀ ਗੱਲ ਕਰਦੇ ਆ ਤੇ ਜੀ। ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ, ਮਾਪਿਆਂ ਦਾ ਦੁੱਖ ਸਾਰਿਆਂ ਨੂੰ ਬਰਾਬਰ ਹੀ ਆਉਂਦਾ। ਉਂਝ ਮੈਨੂੰ ਗੀਤਕਾਰ ਦਾ ਵੈਸੇ ਨਾਮ ਨਹੀਂ ਯਾਦ, ਹੰਸਰਾਜ ਹੰਸੋਰਾ ਨੇ ਜਿਹੜਾ ਗੀਤ ਗਾਇਆ ਸੀ ਕਿ ਜੀ। ਪੁੱਤ ਵੰਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਵੰਡਾਉਂਦੀਆਂ ਨੇ। ਮੁੰਡਿਆਂ ਦੇ ਸ਼ਾਇਦ ਕਈ ਵਾਰ ਉਨੀ ਸਮਰੱਥਾ ਨਹੀਂ ਹੁੰਦੀ ਆਪਣੇ ਪਰਿਵਾਰ ਦੇ ਨਾਲ ਇੰਨਾ ਨੇੜੇ ਦਾ ਰਿਸ਼ਤਾ ਰੱਖਣ ਦੀ ਜਿੰਨੀ ਧੀਆਂ ਦੀ ਹੁੰਦੀ ਆ। ਧੀਆਂ ਜਿੱਥੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਦੇ ਵਿੱਚ ਰਚ ਮਚ ਕੇ ਉਹਨਾਂ ਦਾ ਖਿਆਲ ਰੱਖਦੀਆਂ ਨੇ, ਉੱਥੇ ਉਹਨਾਂ ਦੇ ਵਿੱਚ ਇਹ ਜ਼ਰੂਰ ਸਮਰੱਥਾ ਹੁੰਦੀ ਹੈ ਕਿ ਉਹ ਆਪਣੇ ਮਾਂ-ਬਾਪ ਦਾ ਖਿਆਲ ਰੱਖ ਸਕਣ, ਉਹਨਾਂ ਦੀ ਖੈਰ ਖਬਰ ਲੈਂਦੀਆਂ ਰਹਿਣ। ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ। ਪਤਾ ਕੀ ਆ, ਅਸੀਂ ਤਾਂ ਇਹ ਗੱਲਾਂ ਸੁਣ ਲਈਆਂ ਜਾਂ ਸਾਡੀ ਸੋਚ ਇੰਨੀ ਜ਼ਿਆਦਾ ਸੀਗੀ ਕਿ ਅਸੀਂ ਉਹਨਾਂ ਗੱਲਾਂ ਨੂੰ ਅਣਸੁਣਿਆ ਕਰਕੇ ਅਸੀਂ ਆਪਣੀਆਂ ਧੀਆਂ ਨੂੰ ਇੱਜ਼ਤ ਤੇ ਉਹ ਪਿਆਰ ਦੇ ਪਾ ਰਹੇ ਹਾਂ। ਬਿਲਕੁਲ। ਪਰ ਹੁਣ ਜੇ ਅਗਲੀ ਪੀੜ੍ਹੀ ਦੀ ਗੱਲ ਕਰੀਏ ਜਾਂ ਅਗਲੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ, ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਸਾਡੀਆਂ ਧੀਆਂ ਨੂੰ ਵੀ ਇਹ ਗੱਲਾਂ ਸੁਣਨੀਆਂ ਪੈਣ। ਤੇ ਜੇ ਇਹ ਸਮਾਂ ਆਇਆ ਜਾਂ ਜਿਵੇਂ ਸਾਡੇ ਵੱਡੇ ਨੇ ਜਿਹੜੇ ਸਾਡੇ ਇਸ ਟਾਈਮ ਇਨ-ਲॉज ਨੇ ਜਾਂ ਸਾਡੇ ਪੇਰੈਂਟਸ ਨੇ, ਉਹਨਾਂ ਨੇ ਜਦੋਂ ਵੱਡੇ ਵਡੇਰਿਆਂ ਦੀ ਭੂਮਿਕਾ ਨਿਭਾਉਣੀ ਆ, ਹੈਨਾ, ਉਹ ਕੱਲ ਨੂੰ ਕਿਤੇ ਸਾਡੀਆਂ ਧੀਆਂ ਨੂੰ ਇਹ ਗੱਲਾਂ ਨਾ ਸੁਣਨੀਆਂ ਪੈਣ ਕਿ ਕੋਈ ਚੰਗੀ ਚੀਜ਼ ਦੇਵੇ ਰੱਬ ਨੂੰ, ਤੇ ਉਹਦਾ ਅਸਰ ਸਾਡੀ ਧੀ ਤੇ ਕੀ ਹੋਊਗਾ ਇਹ ਸੋਚ ਕੇ ਵੀ ਡਰ ਲੱਗਦਾ, ਹਨਾ। ਸੋ ਇਸ ਗੱਲ ਦਾ ਦੁੱਖ ਮੇਰੇ ਖਿਆਲ ਨਾਲ ਸਭ ਤੋਂ ਵੱਧ ਮਾਂ ਨੂੰ ਹੀ ਹੋਣਾ ਆ ਜੇ ਉਹਦੀ ਧੀ ਨੂੰ ਇਹ ਗੱਲ ਸੁਣਨੀ ਪਏਗੀ ਤਾਂ। ਮਾਂ ਦੇ ਨਾਲ ਨਾਲ ਬਾਪ ਨੂੰ ਵੀ ਉਨਾ ਹੀ ਦੁੱਖ ਹੋਏਗਾ, ਦਾਦੇ ਦਾਦੀ ਨੂੰ ਵੀ ਉਨਾ ਹੀ ਦੁੱਖ ਹੋਏਗਾ, ਕਿਉਂਕਿ ਬੱਚੇ ਜਿਹੜੇ ਨੇ, ਤੁਸੀਂ ਜਦੋਂ ਬੱਚੇ ਤੁਹਾਡੇ ਪਲਦੇ ਨੇ, ਬੱਚਿਆਂ ਦੇ ਨਾਲ ਤੁਹਾਡਾ ਜਿਹੜਾ ਮੋਹ ਹੁੰਦਾ ਆ ਇੰਨਾ ਕੁ ਗੂੜਾ ਹੁੰਦਾ ਆ ਕਿ ਉਹਨਾਂ ਨੂੰ ਕੰਡਾ ਵੀ ਚੁਭੇ ਤੇ ਤੁਹਾਡੀ ਹਾਏ ਨਿਕਲਦੀ ਆ। ਬੱਚੇ ਭਾਵੇਂ ਫਿਰ ਉਹ ਧੀ ਆ ਤੇ ਭਾਵੇਂ ਪੁੱਤ ਆ, ਉਹ ਉਸ ਟਾਈਮ ਤੇ ਇਹ ਨਹੀਂ ਮਾਂ ਪਿਓ ਨੂੰ ਸੋਚਦਾ ਹੁੰਦਾ ਕਿ ਇਹ ਸਾਡੀ ਧੀ ਆ ਜਾਂ ਪੁੱਤ ਆ, ਉਹਨਾਂ ਨੂੰ ਬੱਚੇ ਦੀ ਜਿਹੜੀ ਪੀੜ ਹੈ ਉਹ ਮਹਿਸੂਸ ਹੋ ਰਹੀ ਹੁੰਦੀ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਜਿਹੜੀ ਮੈਂਟੈਲਿਟੀ ਆ ਸ਼ਾਇਦ ਇਹ ਚੇਂਜ ਹੁੰਦਿਆਂ ਟਾਈਮ ਲੱਗੇ। ਭਾਰਤ ਦੇ ਵਿੱਚ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਬੜੇ ਵੱਡੇ ਸਵਾਲ ਨੇ ਜੀ। ਉਹ ਇੱਕ ਸਭ ਤੋਂ ਵੱਡਾ ਕਾਰਨ ਮੈਨੂੰ ਲੱਗਦਾ ਹੈ ਕਿ ਸ਼ੁਰੂ ਤੋਂ ਜਿਵੇਂ ਸਾਡੀ ਮੈਂਟੈਲਿਟੀ ਬਣੀ ਆਈ, ਖਾਸ ਕਰਕੇ ਇੰਡੀਅਨਸ, ਭਾਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਆ ਗਏ ਹਾਂ, ਪਰ ਸਾਨੂੰ ਕਿਤੇ ਨਾ ਕਿਤੇ ਬਹੁਤ ਵਾਰ ਇਦਾਂ ਦੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਇਹ ਕੁੜੀਆਂ ਦਾ ਜਿਹੜੀ ਫੈਮਿਲੀ ਵਾਇਲੈਂਸ ਦੀ ਵੀ ਭਾਵੇਂ ਗੱਲ ਕਰ ਲਈਏ, ਭਾਵੇਂ ਤੁਸੀਂ ਕੁੜੀਆਂ ਦੇ ਵੈਸੇ ਸੁਰੱਖਿਆ ਦੇ ਪੱਖੋਂ ਲੈ ਲਓ। ਸੋ ਮੁੰਡਿਆਂ ਨੂੰ, ਭਾਵੇਂ ਕਿ ਮੁੰਡਿਆਂ ਦੀ ਸੁਰੱਖਿਆ ਵੀ ਓਨੀ ਹੀ ਲਾਜ਼ਮੀ ਆ, ਓਨੀ ਜ਼ਰੂਰੀ ਹੈ ਤੇ ਓਨਾ ਹੀ ਫਿਕਰ ਮਾਪਿਆਂ ਨੂੰ ਮੁੰਡਿਆਂ ਦੀ ਸੁਰੱਖਿਆ ਦਾ ਹੁੰਦਾ, ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਸ਼ਾਇਦ ਜੇ ਕੁੜੀ ਹੋਗੀ ਉਹਨਾਂ ਦਾ ਫਿਊਚਰ ਜਿਹੜਾ ਉਹ ਜ਼ਿਆਦਾ ਔਖਾ ਸਾਨੂੰ ਸੰਭਾਲਣਾ। ਹੋਰ ਜਿਹੜੇ ਕਾਰਨ ਜੇਕਰ ਇਸ ਤੇ ਲੱਭਣ ਦੀ ਕੋਸ਼ਿਸ਼ ਕਰੀਏ ਜਸਪ੍ਰੀਤ, ਤੇ ਜਿਵੇਂ ਅੱਜ ਕੱਲ੍ਹ ਵੈਸੇ ਘਟ ਗਿਆ ਇਹਦਾ ਰੁਝਾਨ, ਪਰ ਪੁਰਾਣੇ ਸਮਿਆਂ ਦੇ ਵਿੱਚ ਦਾਜ ਜਿਹੜਾ, ਜਿਵੇਂ ਕਹਿੰਦੇ ਹੁੰਦੇ ਸੀ ਨਾ ਕਿ ਮਾਵਾਂ ਕੁੜੀਆਂ ਦੇ ਜਨਮ ਤੋਂ ਹੀ ਉਹਦਾ ਦਾਜ ਜੋੜਨਾ ਸ਼ੁਰੂ ਕਰ ਦਿੰਦੀਆਂ ਨੇ, ਇਹ ਵੀ ਇੱਕ ਬੜਾ ਵੱਡਾ ਕਾਰਨ ਰਿਹਾ ਮੈਨੂੰ ਲੱਗਦਾ। ਬਿਲਕੁਲ, ਪਰ ਦਾਜ ਦਾ ਰੂਪ ਬੇਸ਼ੱਕ ਹੁਣ ਬਦਲ ਗਿਆ ਆ, ਸਗੋਂ ਮੈਨੂੰ ਲੱਗਦਾ ਜਿਹੜੇ ਪਹਿਲੇ ਜ਼ਮਾਨੇ ਦੇ ਵਿੱਚ ਦਾਜ ਹੁੰਦਾ ਸੀਗਾ ਨਾ, ਉਹ ਕੰਮ ਵੀ ਆਉਂਦਾ ਸੀ ਧੀਆਂ ਦੇ, ਹਨਾ। ਤੇ ਪਰ ਜਿਹੜਾ ਅੱਜ ਕੱਲ ਦਾ ਨਵਾਂ ਟ੍ਰੈਂਡਿੰਗ ਦਾਜ ਸ਼ੁਰੂ ਹੋਇਆ ਆ, ਅੱਜ ਕੱਲ ਲੋਕੀ ਸਾਫ਼ ਹੀ ਕਹਿ ਦਿੰਦੇ ਨੇ ਕਿ ਤੁਸੀਂ ਸਮਾਨ ਰਹਿਣ ਦਿਓ, ਤੁਸੀਂ ਕੈਸ਼ ਦੇ ਦਿਓ, ਕੈਸ਼ ਦੇ ਦਿਓ ਜਾਂ ਗੱਡੀ ਦੇ ਦਿਓ। ਮੇਰੇ ਖਿਆਲ ਕਈ ਇਲਾਕਿਆਂ ਦੇ ਵਿੱਚ ਕੈਸ਼ ਦੀ ਪ੍ਰਥਾ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ, ਜੋ ਕਿ ਬਹੁਤ ਫਿਕਰ ਵਾਲੀ ਗੱਲ ਹੈ ਸਾਡੇ ਲਈ। ਤੇ ਇਸ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ, ਬੇਸ਼ੱਕ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਕਿ ਅਸੀਂ ਕੁੜੀਆਂ ਦੇ ਜਨਮ ਦਿਨ ਮਨਾ ਰਹੇ ਹਾਂ, ਲੋਹੜੀਆਂ ਮਨਾ ਰਹੇ ਹਾਂ, ਪਰ ਜੇ ਤੁਸੀਂ ਦੇਖੋ ਤੇ ਬਹੁਤ ਸਹਿੰਦੇ ਪਰਿਵਾਰ ਹੋਣਗੇ ਜਿਹੜੇ ਲੋਹੜੀਆਂ ਮਨਾਉਂਦੇ ਨੇ ਜਾਂ ਉਹਨਾਂ ਦੇ ਜਨਮ ਦਿਨ ਮਨਾਉਂਦੇ ਨੇ। ਮਿਡਲ ਕਲਾਸ ਫੈਮਿਲੀਜ਼ ਦੇ ਵਿੱਚੋਂ ਬਹੁਤ ਸੀਮਤ ਪਰਿਵਾਰ ਨੇ ਜਿਨ੍ਹਾਂ ਚੋਂ ਸਾਨੂੰ ਪਤਾ ਲੱਗਦਾ ਕਿ ਇਹਨਾਂ ਨੇ ਕੁੜੀ ਦਾ ਜਨਮ ਦਿਨ ਮਨਾਇਆ ਜਾਂ ਲੋਹੜੀ ਮਨਾਈ ਹੈ, ਖੁਸ਼ੀ ਮਨਾਈ ਹੈ। ਸੋ ਇਹ ਵੀ ਇੱਕ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਾਨੂੰ ਸਾਬਤ ਕਰਦੀ ਹੈ ਚੀਜ਼ ਕਿ ਹਜੇ ਸਾਡੀ ਸੋਚ ਜਿਹੜੀ ਉਹ ਬਹੁਤ ਪਿਛਾਂ ਖੜੀ ਹੈ। ਬਿਲਕੁਲ, ਤੁਸੀਂ ਨਾ ਇੱਥੇ ਅਮੀਰੀ ਗਰੀਬੀ ਦੀ ਗੱਲ ਕੀਤੀ ਹੈ ਕਿ ਸਹਿੰਦੇ ਪਰਿਵਾਰ ਜਾਂ ਸਹਿੰਦੇ ਪਰਿਵਾਰ ਜਿਹੜੇ ਆ, ਜਿਹੜੀ ਅਮੀਰੀ ਆ ਨਾ, ਜਿਹੜਾ ਕੁੱਖ ਦੇ ਵਿੱਚ ਧੀ ਨੂੰ ਕਤਲ ਕਰਨ ਵਾਲਾ ਰਿਵਾਜ ਸੀਗਾ, ਮੈਨੂੰ ਲੱਗਦਾ ਉਹ ਵੀ ਸਾਡੀ ਅਮੀਰੀ ਦੀ ਦੇਣ ਆ। ਕਿਉਂਕਿ ਜਦੋਂ ਇਹ ਸਭ ਕੁਝ ਸ਼ੁਰੂ ਹੋਇਆ ਉਦੋਂ ਤੱਕ ਜਿਹੜੇ ਆਮ ਪਰਿਵਾਰ ਨੇ ਜਾਂ ਈਵਨ ਮਿਡਲ ਕਲਾਸ ਵੀ ਨੇ ਜਿਹੜੇ, ਉਹਨਾਂ ਦੀ ਪਹੁੰਚ ਓਨੀ ਨਹੀਂ ਸੀਗੀ, ਉਹਨਾਂ ਦੇ ਹੱਥ ਬਸ ਇੰਨਾ ਨਹੀਂ ਸੀ ਹੈਗਾ, ਨਾ ਹੀ ਉਹਨਾਂ ਦੀ ਪਹੁੰਚ ਇੰਨੀ ਸੀ, ਨਾ ਹੀ ਉਹਨਾਂ ਕੋਲ ਪੈਸਾ ਇੰਨਾ ਸੀ ਕਿ ਜਿਹੜਾ ਉਹ ਉੱਥੇ ਜਾ ਕੇ ਟੈਸਟ ਕਰਵਾ ਸਕਣ ਜਾਂ ਪਤਾ ਕਰ ਸਕਣ, ਹਨਾ। ਤੇ ਉਹ ਅਮੀਰੀ ਦੀ ਦੇਣਾ, ਜਦੋਂ ਟੈਸਟ ਕਰਵਾ ਕੇ ਪਤਾ ਲੱਗ ਜਾਂਦਾ ਸੀਗਾ ਕਿ ਧੀ ਹੋਣ ਵਾਲੀ ਆ ਤੇ ਪਹਿਲਾਂ ਕਤਲ ਕਰ ਦਿੰਦੇ ਸੀਗੇ। ਤੇ ਪਰ ਹੁਣ ਸ਼ਾਇਦ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਚਲੋ ਪਤਾ ਲੱਗ ਹੀ ਜਾਂਦਾ ਆ, ਪਰ ਸ਼ਾਇਦ ਉਹ ਜਿਹੜਾ ਔਰਤ ਤੇ ਮਰਦ ਦਾ ਜਿਹੜਾ ਅਨੁਪਾਤ ਦਾ ਫਰਕ ਸੀਗਾ ਉਹ ਬਹੁਤ ਵੱਡਾ ਪੈਣ ਦੇ ਕਰਕੇ ਸਰਕਾਰਾਂ ਨੇ ਵੀ ਹੁਣ ਤਾਂ ਬਹੁਤ ਸਖਤ ਕਦਮ ਚੱਕੇ ਹੋਏ ਨੇ ਕਿ ਇਹ ਸਾਰਾ ਕੁਝ ਇਲੀਗਲ ਕਰਤਾ ਹੋਇਆ ਆ, ਹੁਣ ਟੈਸਟ ਨਹੀਂ ਕਰਾਉਣੇ,
ਮਤਲਬ ਹੋ ਸਕਦਾ ਹੈ, ਬਾਕੀ ਤਸਵੀਰ ਸਾਹਮਣੇ ਇਹੀ ਹੈ ਕਿ ਟੈਸਟ ਹੁੰਦੇ ਨਹੀਂ ਹੈਗੇ, ਇਲੀਗਲ ਨੇ। ਬਿਲਕੁਲ, ਇਹ ਕਹਿਣ ਨੂੰ ਟੈਸਟ ਨਹੀਂ ਹੁੰਦੇ ਪਰ ਹਜੇ ਵੀ ਬਹੁਤ ਹੁੰਦੇ ਨੇ ਜੀ। ਤੁਹਾਡੀ ਜਾਣ ਪਹਿਚਾਣ ਚੋਂ ਹੀ ਬਹੁਤ ਹੋਣਗੇ ਜਿਹੜੇ ਤੁਹਾਨੂੰ ਪਹਿਲਾਂ ਦੱਸ ਦੇਣਗੇ ਕਿ ਇਸ ਵਾਰ ਸਾਡੇ ਮੁੰਡਾ ਹੋਣਾ ਜਾਂ ਕੁੜੀ ਹੋਣੀ ਹੈ। ਮੇਰੇ ਖਿਆਲ ਮਾਵਾਂ ਵੀ ਸ਼ਾਇਦ, ਇੱਕ ਮਾਂ ਨੂੰ ਕਹਿੰਦੇ ਸਾਰੇ ਬੱਚੇ ਪਿਆਰੇ ਹੁੰਦੇ ਆ, ਪਰ ਬਹੁਤ ਸਾਰੀਆਂ ਮਾਵਾਂ ਮੈਂ ਅਜਿਹੀਆਂ ਦੇਖਦੀ ਹਾਂ ਜਿਨ੍ਹਾਂ ਦੇ ਪਹਿਲੀ ਬੇਟੀ ਹੁੰਦੀ ਹੈ ਤੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਗਲੀ ਵਾਰ ਮੇਰੇ ਬੇਟਾ ਹੀ ਹੋਏ। ਸੋ ਇਹ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਬੈਠੀਆਂ ਹੋਈਆਂ ਨੇ। ਜੇਕਰ ਕਦੇ ਕਿਤੇ ਕੋਈ ਗੱਲ ਕਰਦਾ ਵੀ ਹੈ ਤੇ ਜਿਨ੍ਹਾਂ ਦੇ ਬੇਟੀ ਹੈ ਉਹਨੂੰ ਇੰਜ ਲੱਗਦਾ ਕਿ ਇਹਨਾਂ ਦੇ ਆਪਣੇ ਮੁੰਡਾ ਹੋ ਗਿਆ ਤਾਂ ਇਹਨਾਂ ਨੂੰ ਇਹ ਗੱਲ ਆਉਂਦੀ ਆ। ਸੋ ਇਹ ਇਦਾਂ ਦੀਆਂ ਮੈਨੂੰ ਲੱਗਦਾ ਜਿਹੜੀਆਂ ਚੀਜ਼ਾਂ, ਸਾਨੂੰ ਸਾਰੀਆਂ ਚੀਜ਼ਾਂ ਦੇ ਬਾਰੇ ਸੋਚਣ ਦੀ, ਵਿਚਾਰਨ ਦੀ ਬਹੁਤ ਲੋੜ ਆ। ਇੰਜ ਤਾਂ ਹੁਣ ਵੈਸੇ ਅਸੀਂ ਚੰਗੀ ਚੀਜ਼ ਦੀ ਗੱਲ ਕਰਦੇ ਹਾਂ ਤੇ ਕੁੜੀਆਂ ਦੇ ਨਾਲੋਂ ਚੰਗੀ ਚੀਜ਼ ਮੈਨੂੰ ਲੱਗਦਾ ਘਰ ਦੇ ਵਿੱਚ ਕੋਈ ਵੀ ਨਹੀਂ। ਬਿਲਕੁਲ ਜੀ, ਬਿਲਕੁਲ ਕੋਈ ਨਹੀਂ। ਮੈਂ ਆਪਣਾ ਹੀ ਉਦਾਹਰਣ ਦੇ ਸਕਦੀ ਹਾਂ। ਮੇਰੇ ਆਪਣੇ 2 ਧੀਆਂ ਨੇ ਤੇ ਮੈਂ ਬੜਾ ਇਮਾਨਦਾਰੀ ਨਾਲ ਇਹ ਚੀਜ਼ ਕਹਿ ਰਹੀ ਹਾਂ ਕਿ ਮੈਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ, ਮੈਂ ਇਹ ਨਹੀਂ ਕਹਿੰਦੀ ਪੁੱਤ ਮਾੜੇ ਨੇ, ਪਰ ਕਦੇ ਮੈਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਮੇਰੇ ਪੁੱਤ ਹੋਣਾ ਚਾਹੀਦਾ ਸੀ। ਮੇਰੇ ਲਈ ਮੇਰੀਆਂ ਧੀਆਂ ਜਿਹੜੀਆਂ ਨੇ ਉਹ ਸ਼ਾਇਦ ਪੁੱਤਾਂ ਤੋਂ ਵੀ ਵੱਧ ਕੇ ਨੇ, ਤੇ ਮੈਂ ਉਹਨਾਂ ਨੂੰ ਉਨਾ ਹੀ ਪਿਆਰ, ਉਨਾ ਹੀ ਆਦਰ, ਉਨਾ ਹੀ ਸਤਿਕਾਰ ਵੀ ਦਿੰਨੀ ਆ, ਹਨਾ। ਹਰ ਚੀਜ਼ ਜਿਹੜੀ ਉਹ ਮੂੰਹੋਂ ਕੱਢ ਦਿੰਦੀਆਂ ਨੇ, ਬੇਸ਼ੱਕ ਅਸੀਂ ਕਹਿ ਦਈਏ ਜ਼ਿੱਦ ਨਹੀਂ ਪੂਰੀ ਕਰਦੇ, ਪਰ ਉਹ ਸਾਡੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਬੱਚੇ ਨੇ ਇਹ ਚੀਜ਼ ਮੰਗੀ ਸੀਗੀ, ਭਾਵੇਂ ਆਨੇ ਬਹਾਨੇ ਕਿਸੇ ਮੌਕੇ ਤੇ ਕਿਸੇ ਜਨਮ ਦਿਨ ਤੇ ਉਹਨਾਂ ਨੂੰ ਲੈ ਦਈਏ, ਪਰ ਅਸੀਂ ਉਹ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੇ ਮੇਰੇ ਲਈ ਉਹ ਦੋਵੇਂ ਹੀ ਚੰਗੀਆਂ ਚੀਜ਼ਾਂ ਨੇ। ਮੈਨੂੰ ਕਦੇ ਲੋੜ ਹੀ ਮਹਿਸੂਸ ਨਹੀਂ ਹੋਈ ਕਿ ਮੈਂ ਕਿਸੇ ਦੇ ਕਹਿਣ ਦੇ ਉੱਤੇ ਵੀ ਕਦੇ ਸੋਚ ਲਵਾਂ ਕਿ ਹਾਏ ਮੈਂ ਸ਼ਾਇਦ ਇੱਕ ਵਾਰੀ ਹੋਰ ਸੋਚ ਲਵਾਂ ਜਾਂ ਮੇਰੇ ਪੁੱਤ ਹੋ ਜਾਵੇ, ਪਰ ਨਹੀਂ, ਮੇਰੇ ਲਈ ਉਹ ਦੋਵੇਂ ਹੀ ਬਹੁਤ ਨੇ। ਕਿਆ ਬਾਤ। ਵੈਸੇ ਵੀ ਕਹਿੰਦੇ ਨੇ ਨਾ ਕਿ ਕਰਮਾਂ ਵਾਲੇ ਘਰਾਂ ਦੇ ਵਿੱਚ ਹੀ ਕੁੜੀਆਂ ਆਉਂਦੀਆਂ ਨੇ। ਬਿਲਕੁਲ। ਸੋ ਬਹੁਤ ਵਾਰ ਸਾਨੂੰ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਨੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਪਰ ਮੇਰੇ ਖਿਆਲ ਨਾਲ ਜਿਹੜਾ ਅੱਜ ਦਾ ਸਮਾਂ ਹੈ ਨਾ, ਉਹਦੇ ਵਿੱਚ ਓਨੀ ਹੀ ਸੁਰੱਖਿਆ ਦੀ ਫਿਕਰ ਮੁੰਡਿਆਂ ਦੀ ਵੀ ਆ। ਜਦੋਂ ਸਾਡੇ ਪੰਜਾਬ ਤੋਂ ਖਬਰਾਂ ਆਉਂਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਬਹੁਤਾਤ ਜਿਹੜੀਆਂ ਖਬਰਾਂ ਨੇ ਉਹ ਮੁੰਡਿਆਂ ਦੀਆਂ ਆ ਰਹੀਆਂ ਨੇ ਕਿ ਕਿਵੇਂ ਮਾੜੀਆਂ ਆਦਤਾਂ ਦੇ ਵਿੱਚ ਉਹ ਪੈ ਰਹੇ ਨੇ। ਚਾਹੇ ਅਸੀਂ ਨਸ਼ਿਆਂ ਦੀ ਗੱਲ ਕਰ ਲਈਏ ਜਾਂ ਕਿਸੇ ਹੋਰ ਮਾੜੀ ਆਦਤ ਦੀ ਗੱਲ ਕਰ ਲਈਏ, ਕੁੜੀਆਂ ਦੀਆਂ ਖਬਰਾਂ ਘੱਟ ਸੁਣਨ ਨੂੰ ਮਿਲ ਰਹੀਆਂ ਨੇ, ਹੋਣਗੀਆਂ ਪਰ ਖਬਰਾਂ ਜ਼ਿਆਦਾਤਰ ਜਿਹੜੀਆਂ ਨੇ ਉਹ ਮੁੰਡਿਆਂ ਦੀਆਂ ਆ ਰਹੀਆਂ ਨੇ। ਤੇ ਕਿੰਨੀਆਂ ਮਾੜੀਆਂ ਆਦਤਾਂ ਕਰਕੇ ਮਾਪਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਆ, ਹੈਨਾ। ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੁੰਡਿਆਂ ਤੋਂ ਅੱਖਾਂ ਫੇਰ ਲਾਂਗੇ ਜਾਂ ਸਾਡੇ ਲਈ ਉਹ ਮਾੜੀ ਚੀਜ਼ ਹੋ ਜਾਣਗੀਆਂ ਤੇ ਫਿਰ ਅਸੀਂ ਕਹਿਣ ਲੱਗ ਜਾਾਂਗੇ ਵੀ ਤੁਹਾਡੇ ਘਰੇ ਰੱਬ ਧੀ ਦੇਵੇ ਤੇ ਮਾੜੀ ਚੀਜ਼ ਨਾ ਦੇਵੇ, ਜਾਂ ਚੰਗੀ ਚੀਜ਼ ਕੁੜੀਆਂ ਨੂੰ ਕਹਿਣ ਲੱਗ ਜਾਈਏ। ਸੋ ਇਸ ਤਰ੍ਹਾਂ ਦੀਆਂ ਕਿਸੇ ਵੀ ਸੰਭਾਵਨਾਵਾਂ ਨੂੰ ਸੋਚ ਕੇ ਅਸੀਂ ਕਿਸੇ ਵੀ ਜੀ ਨੂੰ ਚੰਗਾ ਮਾੜਾ ਤਾਂ ਨਹੀਂ ਕਹਿ ਸਕਦੇ ਨਾ। ਨਹੀਂ ਕਹਿ ਸਕਦੇ, ਬਿਲਕੁਲ। ਬਹੁਤ ਘੱਟ ਵਾਰ ਇਦਾਂ ਹੁੰਦਾ ਹੈ ਕਿ ਮਾਪੇ ਜਿਹੜੇ ਨੇ ਉਹ ਦਿਲੋਂ ਕੋਈ ਤਮੰਨਾ ਕਰਨ ਕਿ ਮੇਰੇ ਬੱਚੇ ਦਾ ਫਿਊਚਰ ਚੰਗਾ ਨਾ ਹੋਵੇ ਜਾਂ ਮੇਰੇ ਬੱਚੇ ਦਾ ਕੰਮ ਨਾ ਬਣੇ। ਆਮ ਤੌਰ ਤੇ ਮੋਸਟ ਆਫ ਦਾ ਟਾਈਮਸ ਮਾਪੇ ਜਿਹੜੇ ਨੇ ਬੱਚਿਆਂ ਨੂੰ ਦੁਆਵਾਂ ਹੀ ਦਿੰਦੇ ਨੇ। ਜੇ ਕਿਤੇ ਕਿਸੇ ਮਾਪੇ ਨੇ ਕਿਸੇ ਬੱਚੇ ਨੂੰ ਬਦਦੁਆ ਦਿੱਤੀ ਹੋਏਗੀ ਤੇ ਅੱਕ ਕੇ ਬਹੁਤ ਬੁਰੇ ਹਾਲਾਤ ਦੇ ਵਿੱਚ ਦਿੱਤੀ ਹੋਏਗੀ, ਜਿਵੇਂ ਨਸ਼ਿਆਂ ਦੀਆਂ ਕਈ ਸਟੋਰੀਆਂ ਸਾਨੂੰ ਸੁਣਨ ਨੂੰ ਮਿਲੀਆਂ। ਜਿਵੇਂ ਤੁਸੀਂ ਜ਼ਿਕਰ ਕੀਤਾ, ਹਾਂ ਕੁੜੀਆਂ ਦਾ ਵੀ ਨਸ਼ੇ ਦੇ ਵਿੱਚ ਖਬਰਾਂ ਦੇ ਵਿੱਚ ਨਾਮ ਆਇਆ, ਪਰ ਮੁੰਡਿਆਂ ਦੇ ਮੁਕਾਬਲੇ ਬਹੁਤ ਘੱਟ ਆਇਆ। ਜਿਵੇਂ ਬਹੁਤਾਤ ਮੁੰਡੇ ਹੀ ਨੇ ਜਿਨ੍ਹਾਂ ਨੇ ਆਪਣੇ ਫਿਊਚਰ ਬਰਬਾਦ ਕੀਤੇ ਨੇ ਨਸ਼ੇ ਦੇ ਵਿੱਚ ਪੈ ਕੇ। ਅਸੀਂ ਬਹੁਤ ਸਾਰੀਆਂ ਆਸ-ਪਾਸ ਹੁੰਦੀਆਂ ਘਟਨਾਵਾਂ ਤੋਂ ਨਜ਼ਰਾਂ ਨਹੀਂ ਫੇਰ ਸਕਦੇ। ਜਿਵੇਂ ਆਸਿਫਾ ਦੀ ਗੱਲ ਕਰ ਲਈਏ, ਆਸਿਫਾ ਦਾ ਕਾਂਡ ਹੋਇਆ ਜਾਂ ਨਿਰਭਇਆ ਕੇਸ ਹੋਇਆ। ਫਿਰ ਸਾਡਾ ਪੋਲੀਟੀਕਲ ਸਿਸਟਮ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਕਿ ਇਹਨਾਂ ਕੇਸਿਸ ਦੇ ਵਿੱਚ ਇਨਸਾਫ ਮਿਲਦਿਆਂ ਬੜਾ ਚਿਰ ਲੱਗਿਆ, ਸੁਣਵਾਈ ਨਹੀਂ ਹੁੰਦੀ ਕਿਤੇ। ਤੇ ਬਹੁਤ ਸਾਰੇ ਪਰਿਵਾਰ ਇਦਾਂ ਦੇ ਨੇ ਜਿਨ੍ਹਾਂ ਨੇ ਇਦਾਂ ਦੇ ਕੇਸ ਰਿਪੋਰਟ ਵੀ ਨਹੀਂ ਕੀਤੇ ਹੋਣੇ। ਜੇ ਅਸੀਂ ਅੰਕੜੇ ਵੀ ਦੇਖੀਏ ਉਹ ਵੀ ਬਹੁਤ ਜ਼ਿਆਦਾ ਨੇ, ਪਰ ਜਿਹੜੇ ਅਨਰਿਪੋਰਟਡ ਕੇਸ ਨੇ ਉਹਨਾਂ ਦੀ ਅਸੀਂ ਜਿਹੜੀ ਗੱਲ ਜੇਕਰ ਦੇਖੀਏ ਤੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਇਹ ਗੱਲ ਬਾਹਰ ਨਿਕਲਦੀ ਤੇ ਸਾਡੀ ਇੱਜ਼ਤ ਤੇ ਜਿਹੜੀ ਆਂਚ ਆਉਂਦੀ। ਕਿਤੇ ਨਾ ਕਿਤੇ ਮੁੰਡਿਆਂ ਦੇ ਵੱਲੋਂ ਇਦਾਂ ਦਾ ਕੋਈ ਕਾਰਾ ਜ਼ਿਕਰ ਕੀਤਾ ਗਿਆ ਹੋਵੇ, ਉਹਨਾਂ ਦੇ ਵੀ ਉਨੀ ਹੀ ਬਦਨਾਮੀ ਹੁੰਦੀ ਆ। ਪਰ ਫਿਰ ਵੀ ਸ਼ਾਇਦ ਮਾਪੇ ਜਿਹੜੇ ਨੇ ਉਹਨਾਂ ਨੂੰ ਇਸ ਚੀਜ਼ ਦਾ ਫਿਕਰ ਵੱਡ ਖਾਂਦਾ ਰਹਿੰਦਾ ਕਿ ਜੇ ਸਾਡੇ ਧੀ ਹੋਗੀ ਤੇ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ। ਮੈਨੂੰ ਲੱਗਦਾ ਜੇ ਅਸੀਂ ਆਪਣਾ ਸਮਾਜ ਜਿਹੜਾ ਆ ਉਹਨੂੰ ਥੋੜਾ ਜਿਹਾ ਸਿਹਤਮੰਦ ਕਰ ਲਈਏ ਤੇ ਸ਼ਾਇਦ ਸਾਨੂੰ ਆਉਂਦੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹਦੇ ਤੇ ਵਰਕਆਊਟ ਨਹੀਂ ਕਰਨਾ ਪਊਗਾ। ਚੰਗੀ ਚੀਜ਼ ਮਾੜੀ ਚੀਜ਼, ਸ਼ਾਇਦ ਕੁੜੀਆਂ ਤੇ ਮੁੰਡੇ ਜਿਹੜੇ ਨੇ ਉਹ ਬਰਾਬਰ ਰਹਿਣਗੇ। ਮੇਰੇ ਖਿਆਲ ਹੈ ਕਿ ਬਹੁਤ ਸਾਰੀ ਗੱਲ ਇਸ ਵਿਸ਼ੇ ਤੇ ਹੋ ਸਕਦੀ ਹੈ ਜਾਂ ਜੇ ਅਸੀਂ ਵਧਾਈਏ, ਪਰ ਕਾਫੀ ਜਿਹੜਾ ਸਮਾਂ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਦਾ ਵੈਲਿਊਏਬਲ ਹੁੰਦਾ। ਤੁਸੀਂ ਇਸ ਵਿਸ਼ੇ ਦੇ ਵਿੱਚ ਵੀ ਜ਼ਰੂਰ ਆਪਣੀ ਇਨਪੁਟ ਦੇਣੀ, ਸਾਨੂੰ ਬਹੁਤ ਚੰਗਾ ਲੱਗਿਆ। ਤੇ ਜਸਪ੍ਰੀਤ, ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਮੇਰੀ ਤੇ ਇਹੀ ਹੈ ਕਿ ਸਾਡੀ ਗੱਲਬਾਤ ਦਾ ਨਿਚੋੜ ਜਿਹੜਾ ਉਹ ਤੁਸੀਂ ਕੱਢਣਾ ਆ। ਤੁਹਾਡੀ ਸਹਿਮਤੀ ਤੇ ਅਸਹਿਮਤੀ ਦੋਵੇਂ ਸਾਡੇ ਲਈ ਸਤਿਕਾਰਤ ਨੇ।
ਤੇ ਜ਼ਰੂਰ ਦੱਸਣਾ ਕਿ ਤੁਹਾਨੂੰ ਚੰਗੀ ਚੀਜ਼ ਤੇ ਮਾੜੀ ਚੀਜ਼ ਦੇ ਵਿੱਚ ਕਿੰਨਾ ਕੁ ਫਰਕ ਪਤਾ ਜਾਂ ਪਤਾ ਹੋਣਾ ਚਾਹੀਦਾ ਜਾਂ ਬਿਲਕੁਲ ਵੀ ਨਹੀਂ ਹੈ ਕਿ ਸਾਡੇ ਲਈ ਦੋਵੇਂ ਬਰਾਬਰ ਨੇ, ਦੋਵੇਂ ਹੀ ਚੰਗੀਆਂ ਨੇ, ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ। ਬਿਲਕੁਲ। ਸੋ ਕੁੜੀਆਂ ਨੇ ਤੇ ਭਾਵੇਂ ਮੁੰਡੇ ਨੇ, ਅਸੀਂ ਉਹਨਾਂ ਨੂੰ ਇਦਾਂ ਦਾ ਸਿਹਤਮੰਦ ਸਮਾਜ ਜੇਕਰ ਦੇ ਦਈਏ, ਸਿਰਜ ਦਈਏ, ਤੇ ਕੁੜੀਆਂ ਨੂੰ ਮੁੰਡਿਆਂ ਦੀ ਰੀਸ ਨਾ ਕਰਨੀ ਪਏ, ਤੇ ਸਾਨੂੰ ਇਹ ਨਾ ਕਹਿਣਾ ਪਏ ਕਿ ਇਹ ਚੰਗੀ ਚੀਜ਼ ਹੈ ਤੇ ਮਾੜੀ ਚੀਜ਼ ਹੈ। ਅਸੀਂ ਗੱਲ ਕਰਦੇ ਹਾਂ ਨਾ ਕਿ ਕੁੜੀਆਂ ਮੁੰਡਿਆਂ ਵਾਲੇ ਕੰਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਮੇਰੇ ਖਿਆਲ ਹੈ ਕਿ ਜੇ ਅਸੀਂ ਸਾਡਾ ਸਮਾਜ ਜਿਹੜਾ ਇੰਨਾ ਖੂਬਸੂਰਤ ਹੋ ਜਾਵੇ, ਸਾਡੀ ਸਾਰਿਆਂ ਦੀ ਸੋਚ ਜਿਹੜੀ ਉਹ ਸਿਹਤਮੰਦ ਹੋ ਜਾਵੇ, ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਮਾਜ ਸਿਰਜਿਆ ਜਾਣਾ ਜਾਂ ਸਾਡੇ ਬੱਚਿਆਂ ਦੇ ਟਾਈਮ ਤੇ ਜਿਹੜਾ ਸਮਾਂ ਆਉਣਾ ਉਹ ਅੱਜ ਨਾਲੋਂ ਥੋੜਾ ਵੱਖਰਾ ਹੋਏ, ਤੇ ਜਿਵੇਂ ਅਸੀਂ ਜਿਹਦੀ ਉਮੀਦ ਕਰਦੇ ਹਾਂ, ਕਾਮਨਾ ਕਰਦੇ ਹਾਂ, ਉਹ ਹੋਏ। ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ, ਧੰਨਵਾਦ।